ਸਤਿ ਸ਼੍ਰੀ ਅਕਾਲ, ਮੈਂ ਰਵਨੀਤ ਕੌਰ। ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਅੱਜ ਅਸੀਂ ਜਿਨ੍ਹਾਂ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਇੱਕ ਬਿਊਰੋਕਰੇਟ ਵੀ ਨੇ ਔਰ ਵੱਡੀਆਂ ਜ਼ਿੰਮੇਵਾਰੀਆਂ ਵੀ ਉਹਨਾਂ ਦੇ ਸਿਰ ਤੇ ਨੇ, ਪਰ ਨਾਲ ਹੀ ਉਹ ਰਾਧਾ ਕ੍ਰਿਸ਼ਨ ਦੇ ਰੰਗ ਦੇ ਵਿੱਚ ਵੀ ਰੰਗੇ ਹੋਏ ਨੇ। ਸਾਡੇ ਨਾਲ ਅੱਜ ਮੌਜੂਦ ਨੇ IAS ਅਧਿਕਾਰੀ ਰਾਖੀ ਗੁਪਤਾ ਜੀ। ਰਾਖੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਤੇ। ਥੈਂਕ ਯੂ, ਬਹੁਤ-ਬਹੁਤ ਤੁਹਾਡਾ ਧੰਨਵਾਦ ਰਵਨੀਤ। ਪਹਿਲਾਂ ਤਾਂ ਮੈਮ ਬਹੁਤ-ਬਹੁਤ ਮੁਬਾਰਕਾਂ, ਜਿਹੜਾ ਤੁਹਾਡਾ ਹੁਣ ਰੀਸੈਂਟਲੀ ਸੌਂਗ ਆਇਆ ਬਿਰਖਾਂ ਦੇ ਓਲੇ, ਬਹੁਤ ਸੋਹਣਾ ਹੈ, ਚਰਚਾ ਦੇ ਵਿੱਚ ਵੀ ਹੈ ਔਰ ਕਾਫੀ ਜ਼ਿਆਦਾ ਫੈਨਸ ਜਿਹੜੇ ਨੇ ਤੁਹਾਡੇ ਉਸ ਸੌਂਗ ਨੂੰ ਪਿਆਰ ਵੀ ਕਰ ਰਹੇ ਨੇ। ਮੈਂ ਤੁਹਾਡੇ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ ਕਿ ਇੱਕ ਇੰਨੀ ਵੱਡੀ ਜ਼ਿੰਮੇਵਾਰੀ ਹੈ, ਤੁਸੀਂ ਇੱਕ ਬਿਊਰੋਕਰੈਟ ਵੀ ਹੋ, ਉਸ ਤੋਂ ਇਲਾਵਾ ਤੁਸੀਂ ਆਪਣੇ ਜਿਹੜੇ ਸ਼ੌਂਕ ਗਾਣਿਆਂ ਵਾਲੇ ਉਹ ਵੀ ਤੁਸੀਂ ਪੂਰਾ ਕਰ ਰਹੇ ਹੋ। ਕਿਵੇਂ ਮੈਨੇਜ ਕਰਦੇ ਹੋ ਚੀਜ਼ਾਂ ਨੂੰ? ਮੈਨੂੰ ਲੱਗਦਾ ਹੈ ਸਭ ਤੋਂ ਪਹਿਲਾਂ ਕਿ ਇੱਕ ਲੇਡੀ ਦੀ ਇੱਕ ਇਸ ਤਰ੍ਹਾਂ ਦੀ ਫਿਤਰਤ ਹੁੰਦੀ ਹੈ ਕਿ ਉਹ ਸਾਰਾ ਕੁਝ ਹੀ ਮੈਨੇਜ ਕਰ ਲੈਂਦੀ ਹੈ ਔਰ ਹੱਸਦੇ ਹੱਸਦੇ ਕਰਦੀ ਹੈ। ਤੇ ਇਹ ਸ਼ੌਂਕ ਹੈ, ਸ਼ੌਂਕ ਤੋਂ ਫਿਰ ਵੈਸੇ ਹੀ ਥਾਂ ਬਣਾ ਹੀ ਲੈਂਦਾ ਹੈ। ਔਰ ਆਪਣੇ ਰੁਝੇਵਿਆਂ ਤੋਂ ਬਾਅਦ, ਜਿਹੜੇ ਆਪਣੇ ਦਫ਼ਤਰ ਤੋਂ ਬਾਅਦ, ਆਪਣੇ ਕੰਮ ਤੋਂ ਬਾਅਦ ਜਦੋਂ ਸਮਾਂ ਮਿਲਦਾ ਹੈ ਤੇ ਸਟ੍ਰੈਸ ਬਸਟਰ ਲਈ ਮੈਂ ਮਿਊਜ਼ਿਕ ਨੂੰ ਹਮੇਸ਼ਾ ਯੂਜ਼ ਕਰਦੀ ਹਾਂ। ਔਰ ਮੈਨੂੰ ਖੁਸ਼ੀ ਹੈ ਕਿ ਹੌਲੀ ਹੌਲੀ ਪਹਿਲਾਂ ਭਜਨ ਤੋਂ ਸ਼ੁਰੂਆਤ ਕੀਤੀ, ਫਿਰ ਪੰਜਾਬੀ ਮਿਊਜ਼ਿਕ ਦੇ ਵਿੱਚ ਮਾਹੀਆ ਲੈ ਕਰ ਆਏ ਔਰ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਅੱਜ ਬਿਰਖਾਂ ਦੇ ਓਲੇ ਵੀ ਆਇਆ, ਜੋ ਇੱਕ ਛੋਟਾ ਜਿਹਾ ਪੈਪੀ ਇੱਕ ਹੱਸਦਾ ਖੇਡਦਾ ਨੰਬਰ ਹੈ। ਔਰ ਉਮੀਦ ਕਰਦੀ ਹਾਂ ਕਿ ਲੋਕਾਂ ਨੂੰ ਔਰ ਮੇਰੇ ਚਾਹਨੇ ਵਾਲਿਆਂ ਨੂੰ ਬਹੁਤ ਪਸੰਦ ਆਏਗਾ। ਜਦੋਂ ਤੁਸੀਂ ਕ੍ਰਿਸ਼ਨ ਜੀ ਨੂੰ ਲੈ ਕੇ ਇੱਕ ਜਿਹੜਾ ਭਗਤੀ ਵਾਲਾ ਗੀਤ ਸੀ ਉਹ ਤੁਸੀਂ ਗਾਉਂਦੇ ਹੋ ਔਰ ਉਹ ਕਾਫੀ ਜ਼ਿਆਦਾ ਵਾਇਰਲ ਵੀ ਹੋਇਆ, ਬਹੁਤ ਜ਼ਿਆਦਾ ਫੇਮ ਵੀ ਜਿਹੜਾ ਤੁਹਾਨੂੰ ਉਸਨੇ ਦਿੱਤਾ। ਪਹਿਲਾਂ ਤਾਂ ਮੈਂ ਜ਼ਰੂਰ ਇਹ ਚਾਹੂੰਗੀ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਕੁਝ ਲਾਈਨਾਂ ਜ਼ਰੂਰ ਸੁਣਾਓ। ਉਹ ਗਾਇਆ ਸੀਗਾ ਉਦੋਂ ਜਦੋਂ ਕੋਵਿਡ ਹੋਇਆ ਸੀ ਔਰ ਕੋਵਿਡ ਤੋਂ ਬਾਅਦ ਇੱਕ ਥੈਂਕਸ ਗਿਵਿੰਗ ਕੇ ਤੌਰ 'ਤੇ ਇਹ ਗਾਣਾ ਭਜਨ ਸੀਗਾ ਜੋ ਗਾਇਆ ਸੀਗਾ। ਮੇਰੇ ਨਾਨਾ ਤੋਂ ਮੈਂ ਸਿੱਖਿਆ ਸੀਗਾ ਔਰ ਉਹਦੀ 2 ਲਾਈਨ ਮੈਂ ਗਾ ਦਿੰਦੀ ਹਾਂ ਜੀ। ਰਾਧਾ ਜੀ ਨੂੰ ਡੈਡੀਕੇਟਡ ਸੀ ਔਰ ਫਿਰ ਉਸ ਤੋਂ ਬਾਅਦ ਕ੍ਰਿਸ਼ਨ ਜੀ ਦਾ ਵੀ ਇਹ ਕੀਤਾ, ਫਿਰ ਸ਼ਿਵ ਜੀ, ਫਿਰ ਰਾਮ ਜੀ ਔਰ ਇੱਕ ਹੋਰ ਕ੍ਰਿਸ਼ਨ ਜੀ ਬਾਂਕੇ ਬਿਹਾਰੀ ਦਾ ਵੀ ਕੀਤਾ ਸੀਗਾ। ਤਾਂ ਕਾਫੀ ਭਜਨ ਕੀਤੇ। ਮੈਂ ਇਹਦੀ 2 ਲਾਈਨ ਤੁਹਾਨੂੰ ਸੁਣਾ ਦਿੰਦੀ ਹਾਂ। मैं तो रटूंगी राधा नाम ब्रज की गलियों में, मैं तो रटूंगी राधा नाम ब्रज की गलियों में, जय राधे 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 राधे। ਬਹੁਤ ਵਧੀਆ। ਤੁਸੀਂ ਭਜਨ ਦੇ ਨਾਲ ਨਾਲ ਬਹੁਤ ਸਾਰੇ ਗੀਤ ਵੀ ਗਾਏ ਨੇ, ਗਾਇਕੀ ਦੇ ਖੇਤਰ ਦੇ ਵਿੱਚ ਵੀ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ, ਆਪਣਾ ਇੱਕ ਸ਼ੌਂਕ ਪੂਰਾ ਕਰ ਰਹੇ ਹੋ। ਇਹ ਸ਼ੌਂਕ ਤੁਹਾਨੂੰ ਬਚਪਨ ਤੋਂ ਸੀ ਜਾਂ ਫਿਰ ਜਦੋਂ ਤੁਸੀਂ ਇੱਕ IAS ਦੀ UPSC ਦੀ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਰਹੇ ਸੀ ਕਿ ਉਦੋਂ ਮਨ ਦੇ ਵਿੱਚ ਆਇਆ ਕਿ ਹਾਂ ਮੇਰਾ ਜਦੋਂ ਐਗਜ਼ਾਮ ਕਲੀਅਰ ਹੋ ਜਾਏਗਾ ਤਾਂ ਜਿਹੜੇ ਸ਼ੌਂਕ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਨਹੀਂ ਛੋਟੇ ਹੁੰਦਿਆਂ ਪੂਰੇ ਕਰ ਰਹੇ ਸੀ ਉਹ ਹੁਣ ਆ ਕੇ ਪੂਰੇ ਕੀਤੇ? ਐਕਚੁਅਲੀ ਪਹਿਲਾਂ ਕਦੀ ਇਸ ਤਰੀਕੇ ਨਾਲ ਸੋਚਿਆ ਨਹੀਂ ਸੀਗਾ, ਕਿਉਂਕਿ ਜਦੋਂ ਬਚਪਨ ਦੇ ਵਿੱਚ ਮੈਂ ਗਾਉਂਦੀ ਸੀ ਤੇ ਆਫ ਕੋਰਸ ਲੋਕਾਂ ਨੂੰ ਆਵਾਜ਼ ਪਸੰਦ ਆਉਂਦੀ ਸੀ ਤੇ ਸਕੂਲ ਦੇ ਵਿੱਚ ਵੀ ਕੁਆਇਰ ਦੇ ਵਿੱਚ ਮੈਨੂੰ ਖੜਾ ਕਰ ਦਿੱਤਾ ਜਾਂਦਾ ਸੀਗਾ ਕਿ ਜਦੋਂ ਹੁੰਦਾ ਹੈ ਕਿ ਚਲੋ ਕੋਈ ਗੀਤ ਗਾਣਾ ਹੈ, ਕੋਈ ਚੀਫ ਗੈਸਟ ਆ ਰਿਹਾ ਹੈ, ਫਿਰ ਉਹਦੇ ਸਾਹਮਣੇ ਵਧੀਆ ਨੈਸ਼ਨਲ ਐਂਥਮ ਗਾਣੀ ਹੈ ਤੇ ਉਹ ਗਾਉਂਦੇ ਸੀ। ਤੇ ਉਸ ਤੋਂ ਬਾਅਦ ਫਿਰ ਜਦੋਂ ਕਾਲਜ ਦੇ ਵਿੱਚ ਆਏ, ਥੋੜ੍ਹੇ ਵੱਡੇ ਹੋਏ ਤੇ ਸੋਸ਼ਲੀ ਫਿਰ ਹੋ ਜਾਂਦਾ, ਜਿਵੇਂ ਪੇਰੈਂਟਸ ਕਹਿੰਦੇ ਬੇਟਾ ਕੁਝ ਗਾ ਕੇ ਸੁਣਾਓ ਤੇ ਫਿਰ ਗੈਸਟ ਆਉਂਦੇ ਘਰ 'ਚ, ਬੜਾ ਐम्बैरेसिंग ਵੀ ਲੱਗਦਾ ਹੈ। ਲੇਕਿਨ ਜਦੋਂ ਮੰਮੀ ਪਾਪਾ ਨੇ ਕਹਿ ਦਿੱਤਾ ਇੱਕ ਵਾਰੀ ਕਿ ਗਾਣਾ ਹੈ ਤਾਂ ਗਾਣਾ ਹੈ ਔਰ ਫਿਰ ਉਹਨਾਂ ਨੂੰ ਵਧੀਆ ਤਰੀਕੇ ਨਾਲ ਗਾ ਕੇ ਵੀ ਸੁਣਾਉਣਾ ਹੁੰਦਾ, ਤਾਂ ਆਫ ਕੋਰਸ ਮੇਰਾ ਸ਼ੌਂਕ ਸੀਗਾ। ਪੇਕਿਆਂ ਦੀ ਪੂਰੀ ਸਪੋਰਟ ਸੀ? ਯਾਨੀ ਪੂਰੀ ਸਪੋਰਟ ਸੀ। ਤੇ ਮੰਮੀ ਵੀ ਕਿਉਂਕਿ ਮੇਰੇ ਗਾਉਂਦੇ ਹੈ ਤੇ ਉਹਨਾਂ ਦੀ ਵੀ ਵੌਇਸ ਚੰਗੀ ਹੈ, ਤਾਂ ਅੱਛਾ ਹਾਂ, ਤਾਂ ਉਹਨਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਸੀਗੀ ਜਦੋਂ ਮੈਂ ਗਾਉਂਦੀ ਸੀ, ਤਾਂ ਸ਼ਾਇਦ ਉਹਨਾਂ ਤੋਂ ਹੀ ਆਵਾਜ਼ ਆਈ ਹੈ ਬਖਸ਼ੀਸ਼ 'ਚ। ਔਰ ਉਸ ਤੋਂ ਬਾਅਦ ਫਿਰ ਜਦੋਂ ਸਿਵਲ ਸਰਵਿਸਿਜ਼ ਦੇ ਵਿੱਚ ਸਿਲੈਕਟ ਹੋਏ ਤੇ ਇੰਟਰਵਿਊ ਦੇ ਵਿੱਚ ਵੀ ਮੇਰਾ ਸ਼ੌਂਕ, ਸਾਨੂੰ ਹੌਬੀਜ਼ ਭਰਨੀ ਹੁੰਦੀਆਂ ਤੇ ਮੇਰੀ ਹੌਬੀ ਫੋਕ ਡਾਂਸ ਔਰ ਫੋਕ ਮਿਊਜ਼ਿਕ ਹੀ ਮੈਂ ਭਰੀ ਸੀਗੀ ਉਦੋਂ ਵੀ, ਤਾਂ ਸ਼ੌਂਕ ਤੋਂ ਪਹਿਲਾਂ ਹੀ ਸੀ। ਔਰ ਫਿਰ ਸੋਸ਼ਲੀ ਜਦੋਂ ਹੁੰਦਾ ਤੁਸੀਂ ਪਾਰਟੀਜ਼, ਡਿਨਰਸ, ਗੈਟ ਟੂਗੇਦਰਸ, ਆਪਾਂ ਸਾਰੇ ਮਿਲਦੇ ਹਾਂ ਤੇ ਦੋਸਤ ਯਾਰ ਮਿੱਤਰ ਸਾਰੇ ਕਹਿੰਦੇ ਪੂਰੀਆਂ ਲੱਗਦੀਆਂ ਨੇ, ਫਿਰ ਸਾਰੇ ਕਹਿੰਦੇ ਜੀ ਗਾਣਾ ਸੁਣਾਓ ਗਾਣਾ ਸੁਣਾਓ, ਤਾਂ ਇੱਦਾਂ ਗਾਉਂਦੇ ਰਹਿੰਦੇ ਸੀਗੇ। ਫਿਰ ਇੱਕ ਵਾਰੀ ਬੈਠੇ ਸੀਗੇ ਕੋਈ ਮੇਰੇ ਜਾਣਕਾਰ ਜੋ ਜਦੋਂ ਮੈਂ ਗਾਣਾ ਗਾ ਰਹੀ ਸੀ, ਉਹਨਾਂ ਨੇ ਕਿਹਾ ਤੁਹਾਡੀ ਇੱਕ ਰਿਕਾਰਡਿੰਗ ਕਰਾਉਂਦੇ ਹੈ ਤੇ ਲੇਕਿਨ ਕੁਦਰਤੀ ਉਦੋਂ ਕੋਵਿਡ ਆ ਗਿਆ ਤੇ ਫਿਰ ਕੋਵਿਡ ਦੌਰਾਨ ਜਦੋਂ ਮੈਂ ਇਕੱਲੀ, ਕਿਉਂਕਿ ਮੈਨੂੰ ਵੀ ਕੋਵਿਡ ਹੋਇਆ ਸੀ ਤੇ ਮੈਂ ਇਕੱਲੀ ਕਮਰੇ ਦੇ ਵਿੱਚ ਬੰਦ ਰਹੀ 10 ਦਿਨ, ਫਿਰ ਮੈਨੂੰ ਸਮਝ ਆਈ ਗੱਲ ਕਿ ਹੁਣ ਜੇਕਰ ਮੈਂ ਠੀਕ ਹੋ ਕੇ ਵਾਪਸ ਆਈ ਤੇ ਮੈਂ ਵਾਪਸ ਕੁਝ ਕਰਾਂਗੀ ਔਰ ਇੱਕ ਉਮੀਦ ਲੈ ਕਰ ਆਪਣੀ ਕਿ ਇਸ ਤਰੀਕੇ ਨਾਲ ਵਾਪਸ ਆਉਂਗੀ।
ਤੇ ਆਈ ਥਿੰਕ ਜਦੋਂ ਮੈਂ ਵਾਪਸ ਠੀਕ ਹੋਈ ਤਾਂ ਇੱਕ ਸ਼ੁਕਰਾਨਾ ਦੇ ਤੌਰ ਤੇ ਮੈਂ ਫਿਰ ਉਹ ਰਿਕਾਰਡ ਕਰਾਇਆ ਭਜਨ। ਔਰ ਰਿਕਾਰਡਿੰਗ ਦੇ ਵਿੱਚ ਵੀ ਬਸ ਇਹ ਸੰਗ ਸੀਗੀ ਕਿ ਚਲੋ ਗਾ ਤੋਂ ਲੈਂਦੇ ਆ, ਲੇਕਿਨ ਉਹਦਾ ਜੋ ਡਰਾਮੇਟਾਈਜੇਸ਼ਨ ਹੁੰਦਾ ਹੈ, ਪਿਕਚਰਾਈਜੇਸ਼ਨ ਹੁੰਦਾ ਹੈ, ਉਹ ਕਿੱਦਾਂ ਕਰਾਂ, ਕਿਉਂਕਿ ਮੈਂ ਇੱਕ ਸਿਵਲ ਸਰਵੈਂਟ ਹਾਂ। ਔਰ ਫਿਰ ਮੈਨੂੰ ਲੇਕਿਨ ਲੋਕਾਂ ਨੇ ਕਹਾ ਕਿ ਤੁਸੀਂ ਇੰਨਾ ਸੋਹਣਾ ਭਜਨ ਜਦੋਂ ਗਾਇਆ ਹੈ, ਉਹਨਾਂ ਦੀ ਐਕਸਪ੍ਰੈਸ਼ਨਸ ਓਰੀਜਨਲ ਟਾਈਮ ਆਉਣਗੀ ਜਦੋਂ ਤੁਸੀਂ ਉਹਨੂੰ ਇਨੈਕਟ ਕਰੋਗੇ ਆਪ। ਤੇ ਫਿਰ ਮਥੁਰਾ ਵਰਿੰਦਾਵਨ ਜਾ ਕੇ ਓਰੀਜਨਲ ਆਥੈਂਟਿਕ ਫਾਰਮ 'ਚ ਮੈਂ ਉਹਨੂੰ ਕੀਤਾ। ਔਰ ਫਿਰ ਮੈਂ ਇੱਕ ਦਿਨ ਲਈ ਬਿਲਕੁਲ ਇਹ ਭੁੱਲ ਗਈ ਕਿ ਮੈਂ ਕੀ ਕਰਦੀ ਹਾਂ। ਫਿਰ ਮੈਂ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚ ਪੂਰਾ ਆਪਣੇ ਆਪ ਨੂੰ ਇਮਰਸ ਕਰਕੇ ਔਰ ਉਹ ਭਜਨ ਰਿਕਾਰਡ ਕਰਾਂ। ਫਿਰ ਜਦੋਂ ਰਾਧਾ ਜੀ ਦਾ ਹੋਇਆ, ਫਿਰ ਕ੍ਰਿਸ਼ਨ ਜੀ ਦਾ ਤਾਂ ਆਉਣਾ ਹੀ ਸੀ ਨੈਚੁਰਲੀ। ਉਸ ਤੋਂ ਬਾਅਦ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਸਾਰੇ ਮੈਨੂੰ ਕਹਿਣ ਲੱਗੇ ਜੀ। ਫਿਰ ਅਯੋਧਿਆ ਦਾ ਜਦੋਂ ਰਾਮ ਮੰਦਿਰ ਬਣ ਰਿਹਾ ਸੀਗਾ, ਉਦੋਂ ਬਹੁਤ ਦਿਲ ਸੀਗਾ ਕਿ ਕੋਈ ਰਾਮ ਜੀ ਦਾ ਵੀ ਭਜਨ ਕਰਾਂ, ਉਹ ਵੀ ਕੀਤਾ। ਫਿਰ ਇੱਕ ਸ਼ਿਵ ਜੀ ਦਾ ਵੀ ਕੀਤਾ। ਔਰ ਉਸ ਤੋਂ ਬਾਅਦ ਫਿਰ ਕਿਉਂਕਿ ਮੇਰਾ ਕਾਡਰ ਪੰਜਾਬ ਹੈ, ਮੈਂ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ ਵੀ ਰਹਿ ਚੁੱਕੀ ਹਾਂ, ਤੇ ਮੇਰਾ ਮੂਡ ਸੀ ਕਿ ਪੰਜਾਬੀਅਤ ਨੂੰ ਥੋੜਾ ਅੱਗੇ ਲੈ ਕੇ ਜਾਈਏ, ਆਪਣੀ ਵਿਰਾਸਤ ਨੂੰ। ਔਰ ਖਾਸ ਤੌਰ 'ਤੇ ਬੜੇ NRI ਫਰੈਂਡਸ ਵੀ ਨੇ ਬਾਹਰ, ਤੇ ਉਹ ਵੀ ਉਹਨਾਂ ਨੇ ਮੈਨੂੰ ਕਹਿਣ ਲੱਗੇ ਜੀ ਪੰਜਾਬੀ 'ਚ ਕੁਝ ਹੁਣ ਰਿਕਾਰਡ ਕਰੋ ਵਧੀਆ। ਫਿਰ ਮਾਹੀਆ ਮੈਂ ਕੀਤਾ। ਔਰ ਉਹ ਸਪੈਸ਼ਲੀ ਉਹਦੇ ਵਿੱਚ ਤੁਸੀਂ ਜੇ ਦੇਖੋਗੇ YouTube 'ਚ ਮਾਹੀਆ ਨੂੰ, ਤਾਂ ਬੜਾ ਵਧੀਆ, ਕਿਉਂਕਿ ਮੈਂ ਉਹਦੇ ਵਿੱਚ ਫੌਜ ਨੂੰ ਐਂਗਲ ਉਹਨਾਂ ਦਾ ਯੂਜ਼ ਕੀਤਾ, ਕਿਉਂਕਿ ਸਾਡੇ ਪੰਜਾਬ ਦੀ ਰੂਹਾਨੀਅਤ ਦੇ ਵਿੱਚ ਫੌਜ ਵਸੀ ਹੋਈ ਹੈ। ਤੇ ਸਾਡੇ ਜਿੰਨੇ ਵੀ ਫੌਜੀ ਭਰਾ ਨੇ ਤੇ ਉਹਨਾਂ ਦੇ ਜਿਹੜੇ ਫੈਮਿਲੀਜ਼ ਜੋ ਫੀਲ ਕਰਦੀਆਂ, ਮੈਂ ਉਹਨੂੰ ਥੋੜਾ ਦਿਖਾਣਾ ਚਾਹੁੰਦੀ ਸੀ। ਮਤਲਬ ਕਿ ਗਾਇਕੀ ਜਿਹੜੀ ਤੁਹਾਨੂੰ ਵਿਰਸੇ ਦੇ ਵਿੱਚ ਹੀ ਮਿਲੀ ਹੈ। ਵਿਰਸੇ ਦੇ ਵਿੱਚ ਮਿਲੀ। ਔਰ ਮੈਨੂੰ ਪੰਜਾਬ ਆਉਣ ਦਾ ਇਹ ਫਾਇਦਾ ਹੈ ਕਿ ਮੈਨੂੰ ਪੂਰੀ ਪੰਜਾਬੀਅਤ ਦੇ ਉੱਤੇ, ਔਰ ਖਾਸ ਤੌਰ 'ਤੇ ਜਦੋਂ ਮੈਂ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ ਸੀ, ਮੈਂ ਇੰਨਾ ਪ੍ਰਮੋਟ ਪੰਜਾਬੀ ਨੂੰ ਕੀਤਾ, ਕਿਉਂਕਿ ਇੰਨੀ ਵਧੀਆ ਲੈਂਗੁਏਜ ਹੈ ਔਰ ਇੰਨਾ ਕਲਚਰ ਸਾਡਾ ਡੂੰਘਾਈ ਨਾਲ ਜੇ ਤੁਸੀਂ ਦੇਖੋ ਤਾਂ ਬਹੁਤ ਹੀ ਇੱਕ ਰਿਚ ਕਲਚਰ ਹੈ। ਤੇ ਉਹਨੂੰ ਮੈਂ ਬਾਹਰ ਲੈ ਕੇ ਆਉਣਾ ਚਾਹੁੰਦੀ ਸੀਗੀ। ਔਰ ਮੈਨੂੰ ਫੋਕ ਗਾਇਕੀ ਖਾਸ ਤੌਰ 'ਤੇ ਗੁਰਦਾਸ ਮਾਨ ਸਾਹਿਬ ਤੋਂ ਮੈਂ ਬਹੁਤ ਪ੍ਰਭਾਵਿਤ ਸੀਗੀ ਬਚਪਨ ਤੋਂ। ਤੇ ਉਹਨਾਂ ਦੀ ਮੈਨੂੰ ਬੜੀ ਨੀਟ ਐਂਡ ਕਲੀਨ ਗਾਇਕੀ ਬੜੀ ਵਧੀਆ ਲੱਗਦੀ ਸੀਗੀ। ਹੁਣ ਮੈਂ ਉਹ ਗਾਇਕੀ ਸਤਿੰਦਰ ਸਰਤਾਜ 'ਚ ਅੱਜ ਕੱਲ੍ਹ ਦੇਖ ਰਹੀ ਹੂੰ, ਉਹਦੀ ਵੀ ਗਾਇਕੀ ਬਹੁਤ ਹੀ ਫੋਕ ਨਾਲ ਔਰ ਲੋਕਲ ਬਹੁਤ ਹੀ ਸੋਹਣੀ ਗਾਇਕੀ ਲੱਗਦੀ। ਤੁਸੀਂ ਜਿਹੜੇ ਸੌਂਗਸ ਨੇ ਜਾਂ ਫਿਰ ਜਿਹੜੇ ਭਜਨ ਤੁਸੀਂ ਗਾਉਂਦੇ ਹੋ, ਤੁਸੀਂ ਖੁਦ ਲਿਖਦੇ ਹੋ? ਕੁਝ ਤੋਂ ਮੈਨੂੰ ਭਜਨ ਮੇਰੇ, ਜਿਵੇਂ ਮੈਂ ਕਿਹਾ, ਮੇਰੇ ਨਾਨਾ ਜੀ ਤੋਂ, ਮੇਰੇ ਮਦਰ, ਕਿਉਂਕਿ ਉਹ ਗਾਉਂਦੇ ਸੀਗੇ, ਉਹਨਾਂ ਨੇ ਦਿੱਤੇ ਸੀਗੇ। ਔਰ ਕਿੱਥੋਂ ਆਏ ਉਹ ਤਾਂ ਮੈਨੂੰ ਵੀ ਨਹੀਂ ਪਤਾ। ਔਰ ਕੁਝ ਫਿਰ ਜਿਹੜੇ ਮੈंने ਬਾਕੀ 3 ਰਿਕਾਰਡ ਕੀਤੇ ਸੀਗੇ, ਉਹ ਸਾਧਨਾ ਚੈਨਲ ਉਹਨਾਂ ਦੇ ਕੋਈ ਥੇ, ਉਹਨਾਂ ਨੇ ਬਹੁਤ ਵਧੀਆ ਮੈਨੂੰ ਲਿਖ ਕੇ ਦਿੱਤੇ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਗਾਓ, ਤੇ ਮੈंने ਕਿਹਾ ਚਲੋ ਇਹਨਾਂ ਨੂੰ ਟਰਾਈ ਕਰਦੇ ਹਾਂ, ਔਰ ਵਾਕਈ ਬਹੁਤ ਵਧੀਆ ਲੱਗੇ। ਔਰ ਆਫ ਕੋਰਸ ਫਿਰ ਪੰਜਾਬੀ ਮਾਹੀਆ ਤੋਂ ਬਹੁਤ ਹੀ ਸੋਹਣਾ ਕਿਸੇ ਨੇ ਉਹਦੇ ਵਰਡਸ ਲਿਖੇ ਸੀਗੇ, ਮੈਨੂੰ ਬੜੇ ਪਸੰਦ ਆਏ, ਤੇ ਉਹਦਾ ਥੋੜਾ ਜਿਹਾ ਮਿਊਜ਼ਿਕ ਵੀ ਮੈਂ ਕੋਸ਼ਿਸ਼ ਆਪਣੇ ਆਪ ਕੀਤੀ। ਔਰ ਇਹ ਤਾਂ ਖੈਰ ਜਿਹੜਾ ਹੁਣ ਬਿਰਖਾਂ ਦੇ ਓਲੇ ਹੈ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ, ਇਹਦਾ ਤਾਂ ਕੀ ਕਹਿਣਾ, ਕਿਉਂਕਿ ਇਹਦਾ ਮਿਊਜ਼ਿਕ ਹੀ ਹਰਮਨ ਨੇ ਦਿੱਤਾ ਹੈ, ਜਿਨ੍ਹਾਂ ਨੇ ਲੌਂਗ ਲਾਚੀ ਵਾਲਾ ਗਾਣਾ ਲਿਖਿਆ ਸੀਗਾ। ਔਰ ਮੈਨੂੰ ਉਹ ਗਾਣਾ ਇੰਨਾ ਵਧੀਆ ਲੱਗਿਆ ਸੀਗਾ। ਚੰਦ ਕਲਾਈਨਾਂ ਫਿਰ ਇਹ ਗਾਣੇ ਦੀਆਂ ਵੀ ਹੋ ਜਾਣ। ਮਾਈ ਮੈਨੂੰ ਦਿਖੀ ਜਾਂਦਾ ਕੌਣ ਨੀ, ਮਾਈ ਮੈਨੂੰ ਦਿਸੀ ਜਾਂਦਾ ਕੌਣ ਨੀ, ਉੱਚੇ ਬਿਰਖਾਂ ਦੇ ਓਲੇ, ਮਾਏ ਮੈਨੂੰ ਦਿਸੀ ਜਾਂਦਾ ਕੌਣ ਨੀ, ਉੱਚੇ ਬਿਰਖਾਂ ਦੇ ਓਲੇ। ਬਹੁਤ ਸੋਹਣਾ, ਬਹੁਤ ਸੋਹਣਾ। ਔਰ ਰਿਆਜ਼ ਕਰਨ ਦਾ ਟਾਈਮ ਤੁਹਾਨੂੰ ਮਿਲ ਜਾਂਦਾ, ਕਿਉਂਕਿ ਕੋਈ ਵੀ ਸਿੰਗਰ ਹੁੰਦਾ ਹੈ ਨਾ, ਤਾਂ ਉਸ ਨੂੰ ਰਿਆਜ਼ ਕਰਨ ਲਈ ਸਮਾਂ ਕੱਢਣਾ ਪੈਂਦਾ ਹੈ, ਕਿਉਂਕਿ ਗਲੇ ਦਾ ਕੰਮ ਹੁੰਦਾ ਹੈ, ਤਾਂ ਰਿਆਜ਼ ਬੜਾ ਜ਼ਰੂਰੀ ਹੁੰਦਾ ਹੈ ਇਸ ਖਿੱਤੇ ਦੇ ਵਿੱਚ। ਮੈਨੂੰ ਲੱਗਦਾ ਹੈ ਜਿਹੜੇ ਆਫਿਸ ਦੇ ਵਿੱਚ ਲੋਕੀ ਆਉਂਦੇ ਨੇ, ਔਰ ਜਿਹੜੇ ਆਪਣੇ ਸਟਾਫ ਨਾਲ ਔਰ ਆਪਣੇ ਫੈਮਿਲੀ ਨਾਲ ਮੇਰਾ ਕਮਿਊਨੀਕੇਸ਼ਨ ਹੁੰਦਾ ਹੈ, ਉਹੀ ਮੇਰਾ ਰਿਆਜ਼ ਹੁੰਦਾ ਹੈ। ਤਾਂ ਬਿਲਕੁਲ ਟਾਈਮ ਰਿਆਜ਼ ਦਾ ਨਹੀਂ ਮੈਨੂੰ ਮਿਲ ਪਾਉਂਦਾ। ਬਸ ਇਹ ਹੈ ਕਿ ਜਦੋਂ ਮੈਂ ਟਹਿਲਦੇ ਹੋਏ ਜਾਂ ਆਪਣੇ ਦਫ਼ਤਰ ਜਾ ਰਹੀ ਹੁੰਦੀ ਹਾਂ ਤੇ ਗੱਡੀ ਦੇ ਵਿੱਚ ਸੁਣ ਲਿਆ, ਬਸ ਇੰਨਾ ਹੀ ਹੋ ਪਾਉਂਦਾ ਹੈ। ਬਾਕੀ ਬਿਲਕੁਲ, ਕਿਉਂਕਿ ਫਿਰ ਸ਼ਾਮੀ ਆਉਂਦੇ ਹੈ, ਫਿਰ ਦਿਲ ਹੁੰਦਾ ਥੋੜਾ ਫੈਮਿਲੀ ਨੂੰ ਵੀ ਟਾਈਮ ਦੇਣ। ਔਰ ਫੈਮਿਲੀ ਤਾਂ ਡਿਮਾਂਡ ਕਰਦੀ ਹੋਣੀ ਹੈ ਕਿ ਹੁਣ ਇਹ ਵਾਲਾ ਸੌਂਗ ਹੋ ਜੇ, ਜਾਂ ਫਿਰ ਮਹਿਫਲ ਤੇ ਸ਼ਾਮ ਨੂੰ ਸਜਾਉਂਦੇ ਹੋਣੇ ਹੋ? ਹਾਂ, ਫੈਮਿਲੀ ਨਾਲ ਆਫਕੋਰਸ ਫੈਮਿਲੀ ਨੂੰ ਬੜਾ ਉਹਨਾਂ ਨੇ ਮੈਨੂੰ ਪ੍ਰੋਤਸਾਹਿਤ ਵੀ ਕੀਤਾ, ਉਹਨਾਂ ਨੇ ਮੈਨੂੰ ਬਹੁਤ ਹੀ ਹੱਲਾਸ਼ੇਰੀ ਵੀ ਦਿੱਤੀ। ਖਾਸ ਤੌਰ ਸੇ ਮੇਰੇ ਹਸਬੈਂਡ ਨੇ, ਮੇਰੇ ਬੱਚਿਆਂ ਨੇ, ਉਹਨਾਂ ਨੇ ਸਾਰਿਆਂ ਨੇ ਬੜੀ ਹੱਲਾਸ਼ੇਰੀ ਦਿੱਤੀ ਕਿ ਹੁਣ ਤੁਸੀਂ ਪਲੀਜ਼ ਆਪਣਾ ਟੈਲੈਂਟ ਬਾਹਰ ਲੈ ਕੇ ਆਓ। ਤੇ ਆਈ ਥਿੰਕ ਉਹ ਸਪੋਰਟ ਵੀ ਬੜੀ ਜ਼ਰੂਰੀ ਹੁੰਦੀ ਹੈ, ਕਿਉਂਕਿ ਉਹਦੇ ਨਾਲ ਹੀ ਆਪਾਂ ਅੱਗੇ ਵਧ ਪਾਉਂਦੇ ਹਾਂ। ਤੇ ਇਸ ਕਰਕੇ ਆਫਕੋਰਸ ਜਦੋਂ ਆਪਾਂ ਸਾਰੇ ਗਾਉਂਦੇ ਹਾਂ, ਮੇਰਾ ਬੇਟਾ ਵੀ ਗਾਉਂਦਾ ਹੈ, ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਚਲੋ
ਜੀਨਸ ਪਾਸ ਆਨ ਹੋ ਗਏ, ਬਿਲਕੁਲ ਪਾਸ ਆਊਟ ਹੋ ਰਹੇ ਆ, ਬਿਲਕੁਲ। ਅੱਛਾ, ਜਦੋਂ ਤੁਸੀਂ ਯੂਪੀਐਸਸੀ ਦੇ ਸਿਵਲਸ ਦੀ ਤਿਆਰੀ ਕਰ ਰਹੇ ਸੀ ਤਾਂ ਕਲੀਗਸ ਜਿਹੜੇ ਤੁਹਾਡੇ ਹੋਣਗੇ ਉੱਥੇ, ਜਿਹੜੇ ਕਲਾਸਮੇਟਸ ਜਿਹੜੇ ਤੁਹਾਡੇ ਨਾਲ ਤਿਆਰੀ ਕਰਦੇ ਹੋਣਗੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤਾਂ ਉਹ ਐਕਸਾਈਟਮੈਂਟ ਤਾਂ ਉਹਨਾਂ ਨੂੰ ਪੱਕਾ ਹੋਈ ਹੋਣੀ ਹੈ ਕਿ ਸਾਰਾ ਦਿਨ ਅਸੀਂ ਬੁੱਕਸ ਪੜ੍ਹਦੇ ਹੀ ਰਹਿੰਦੇ ਹਾਂ, ਚਲੋ ਹੁਣ ਤਾਂ ਮਹਿਫਲਾਂ ਲੱਗਿਆ ਕਰਨਗੀਆਂ ਸ਼ਾਮ ਨੂੰ ਜਾਂ ਫਿਰ ਦੁਪਹਿਰ ਵੇਲੇ। ਕਦੀ ਡਿਮਾਂਡ ਕਰਦੇ ਸੀ ਕਲਾਸ ਦੇ ਵਿੱਚ ਕਿ ਸਾਨੂੰ ਕੋਈ ਗਾਣਾ ਸੁਣਾ ਦਿਓ? हाँ, बहुत ਆਪਾਂ ਬਹੁਤ ਗਾਣੇ ਗਾਏ ਇਕੱਠੇ ਸਾਰਿਆਂ ਨੇ, ਔਰ ਉਸ ਵੇਲੇ ਤੋਂ ਐਕਚੁਅਲੀ ਅਸੀਂ ਸਾਰੇ ਬਿਲਕੁਲ ਨਵੇਂ ਨਵੇਂ ਪੜ੍ਹ ਕੇ ਆਏ ਸੀਗੇ, ਤੋਂ ਫਰੈਸ਼ਲੀ ਮੈਨੂਫੈਕਚਰਡ ਜਿਹਨੂੰ ਮੈਂ ਕਹਿੰਦੀ ਹਾਂ ਆਪਾਂ ਵਾਂਗੂ ਬਿਲਕੁਲ। ਸੀਗੇ। ਤੋਂ ਇੰਨਾ ਕੋਈ ਨੌਲੇਜ ਨਹੀਂ ਸੀਗੀ ਮਿਊਜ਼ਿਕ ਦੇ ਬਾਰੇ, ਔਰ ਮੈਚੋਰਿਟੀ ਵੀ ਨਹੀਂ ਸੀ ਅਸੀਂ ਉਸ ਵੇਲੇ ਬਿਲਕੁਲ, ਲੇਕਿਨ ਆਪਣੇ ਅਲਹੜ ਮੋਡ 'ਚ ਆਪਣਾ ਗਾਉਂਦੇ ਸੀਗੇ ਔਰ ਇੰਜੋਏ ਕਰਦੇ ਸੀ। ਬਟ ਹੁਣ ਜਦੋਂ ਉਹ ਮੈਨੂੰ ਗਾਉਂਦੇ ਸੁਣਦੇ ਆ, ਬੜੀ ਮੈਨੂੰ ਇਨਕਰੇਜਮੈਂਟ ਦਿੰਦੇ Proud ਹੈ feel ਕਰਦੇ ਔਰ ਹੋਣੇ। ਬਹੁਤ ਪ੍ਰਾਊਡ ਫੀਲ ਕਰਦੇ हैं और कहते हैं वाओ राखी ਇੱਦਾਂ ਹੀ ਕਰੋ। ਔਰ ਬੜੇ ਸਾਰੇ ਔਰ ਵੀ ਮੈਂ ਦੇਖਦੀ ਹਾਂ ਮੇਰੇ ਬੈਚਮੇਟਸ ਹੈ ਜੋ ਹੋਰ ਚੀਜ਼ਾਂ ਹੁਣ ਕਰਨ ਲੱਗੇ। ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਹੋਰ ਚੀਜ਼ਾਂ ਨਾਲ ਉਹ ਵੀ ਮੋਟੀਵੇਟ ਹੋਏ ਨੇ, ਜਿਹੜਾ ਪੋਇਟਰੀ ਦੇ ਵਿੱਚ ਸ਼ੌਂਕ ਸ਼ੌਕ ਪੂਰੇ ਹੈ, ਕਰ, ਸ਼ੌਂਕ ਰਹਿ ਗਈ ਉਹਨੂੰ ਪੂਰਾ ਕਰ ਰਹੇ। ਤੇ ਜਿਹਦਾ ਪੋਇਟਰੀ 'ਚ ਸ਼ੌਕ ਹੈ ਉਹ ਪੋਇਟਰੀ 'ਚ ਆ ਗਿਆ, ਜਿਹੜਾ ਡਰਾਮੈਟਿਕਸ ਦਾ ਜਿਹਨੂੰ ਸ਼ੌਕ ਹੈ ਉਹ ਕੁਝ ਕਰਨ ਲੱਗਾ। ਤੇ ਮੈਨੂੰ ਲੱਗਦਾ ਇਹ ਗੱਲ ਵਧੀਆ ਹੈ ਕਿ ਇੱਕ ਸਟ੍ਰੈਸ ਬਸਟਰ ਦੇ ਤੌਰ ਤੇ ਸਾਡੇ ਸਾਰਿਆਂ ਲਈ ਆਪਣੀ ਹੌਬੀਜ਼ ਇਹ ਅਸੀਂ ਇਹਨਾਂ ਨੂੰ ਸਟ੍ਰੈਸ ਬਸਟਰ ਦੇ ਤੌਰ ਤੇ ਯੂਜ਼ ਕਰਦੇ ਹਾਂ। ਬਿਰਖਾਂ ਦੇ ਓਲੇ ਸੌਂਗ ਹੁਣੇ ਥੋੜਾ ਟਾਈਮ ਪਹਿਲਾਂ ਹੀ ਉਹ ਅਸੀਂ ਦੇਖ ਰਹੇ ਸੀ ਕਿ YouTube ਦੇ ਉੱਪਰ ਆਇਆ, ਤਾਂ ਕਿ ਤੁਸੀਂ ਕਿਹਾ ਸੀ ਲਿਖਣ ਵਾਸਤੇ ਸੌਂਗ, ਜਾਂ ਫਿਰ ਉਹ ਸੌਂਗ ਨੂੰ ਲਿਖ ਕੇ ਤੁਹਾਡੇ ਤੱਕ ਅਪਰੋਚ ਕੀਤਾ ਗਿਆ ਕਿ ਸਾਨੂੰ ਇਸ ਸੌਂਗ ਦੇ ਲਈ ਤੁਹਾਡੀ ਆਵਾਜ਼ ਚਾਹੀਦੀ ਹੈ? ਇੱਦਾਂ ਹੀ ਹੋਇਆ ਜੀ, ਬਿਕੋਜ਼ ਬਿਰਖਾਂ ਦੇ ਓਲੇ ਜਿਹੜਾ ਸੀ ਇਹ ਬਿਲਕੁਲ ਆਇਆ ਜਦੋਂ ਮੇਰੇ ਕੋਲ ਇਹ ਸੌਂਗ ਕਿ ਜੀ ਤੁਸੀਂ ਗਾਓ ਇਹਨੂੰ, ਤੇ ਮੈਨੂੰ ਬੜੀ ਖੁਸ਼ੀ ਹੋਈ। ਹਾਲਾਂਕਿ ਮੈਨੂੰ ਲੱਗਿਆ ਕਿ ਇਹ ਥੋੜਾ ਪੈਪੀ ਜਿਹਾ ਨੰਬਰ ਹੈ ਤੇ ਕਿਆ ਮੈਂ ਇਹਨੂੰ ਜਸਟਿਸ ਕਰ ਪਾਉਂਗੀ, ਬਟ ਆਈ ਥਿੰਕ ਇਟ ਕੇਮ ਆਊਟ ਵੈਲ ਐਂਡ ਮੈਨੂੰ ਬੜੀ ਖੁਸ਼ੀ ਹੋਈ ਜਬ ਉਹਦਾ ਫਾਈਨਲ ਰਿਜ਼ਲਟ ਆਇਆ ਕਿ ਦਿਸ ਵਾਸ ਵੈਰੀ, ਹਾਂਜੀ, ਬਹੁਤ ਸੋਹਣਾ ਸੌਂਗ ਹੈ। ਅਸੀਂ ਵੀ ਸੁਣ ਰਹੇ ਸੀ YouTube ਤੇ ਵੀਡੀਓ, ਔਰ ਉਹਦੇ ਵਿੱਚ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੈਨੂੰ ਲੱਗਦਾ ਇਹ ਵਿਆਹ ਲਈ ਆਪਾਂ ਔਰ ਫੈਸਟੀਵਲਸ ਲਈ ਗਾਣੇ ਚਾਹੀਦੇ ਹੁੰਦੇ ਆ ਸਾਨੂੰ ਇੰਜੋਏ ਕਰਨ ਲਈ। ਆਈ ਥਿੰਕ ਇਹ ਗਾਣਾ ਉਸ ਲਈ ਯੂਜ਼ ਵਧੀਆ ਹੋ ਸਕਦਾ। ਅੱਛਾ, ਜਦੋਂ ਤੁਹਾਡੀ ਮੈਰਿਜ ਹੋਈ ਸੀ ਉਦੋਂ ਵੀ ਤੁਸੀਂ ਕੋਈ ਗਾਣਾ ਗਾਇਆ ਸੀ? ਹਾਂ, ਗਾਇਆ ਸੀ ਆਪਣੇ ਲੇਡੀ ਸੰਗੀਤ ਤੇ, ਮੈਂ ਗਾਇਆ ਵੀ ਸੀਗਾ, ਡਾਂਸ ਵੀ ਕੀਤਾ ਸੀਗਾ ਤੇ ਆਪਣੇ ਲੇਡੀ ਸੰਗੀਤ ਤੇ ਹਾਂ ਮੈਨੂੰ ਸਾਰਿਆਂ ਨੇ ਕਿਹਾ ਕਿ ਗਾਣਾ ਗਾਓ, ਤਾਂ ਛੋਟਾ ਜਿਹਾ ਕੁਝ ਗਾਇਆ ਸੀ। ਤੁਹਾਡੇ ਤੇ ਇਨ-ਲॉज ਪੂਰੇ ਖੁਸ਼ ਹੋ ਗਏ ਹੋਣੇ ਆ ਕਿ ਸਾਡੇ ਫੈਮਿਲੀ ਦੇ ਵਿੱਚ ਇੱਕ IAS ਅਧਿਕਾਰੀ ਵੀ ਆ ਗਿਆ, ਔਰ ਉਹ ਸਿੰਗਰ ਵੀ ਆ, ਔਰ ਉਹਦੀ ਇੰਨੀ ਅੱਛੀ ਆਵਾਜ਼ ਵੀ ਹੈ, ਮਤਲਬ ਪੂਰਾ ਦਿਲ ਲਾ ਕੇ ਰੱਖਦੇ ਹੋਣੇ ਹੋ ਤੁਸੀਂ ਤਾਂ ਫੈਮਿਲੀ ਦਾ। ਐਕਚੁਅਲੀ ਫੈਮਿਲੀ ਦਾ ਜਿਹੜਾ ਹੁੰਦਾ ਹੈ, ਮੈਨੂੰ ਲੱਗਦਾ ਹੈ ਇਹੀ ਰੋਲ ਹੁੰਦਾ ਹੈ ਕਿ ਉਹ ਸਪੋਰਟ ਸਿਸਟਮ ਹੁੰਦਾ ਹੈ ਸਾਡਾ ਬਹੁਤ ਵਧੀਆ। ਤੇ ਅਸੀਂ ਜਦੋਂ ਲੋ ਹੁੰਦੇ ਹਾਂ ਜਾਂ ਹਾਈ ਹੁੰਦੇ ਹਾਂ, ਉਹ ਦੋਨੋਂ ਹੀ, ਜਦੋਂ ਖੁਸ਼ ਹੈ ਜਦੋਂ ਦੁਖੀ ਹੈ, ਦੋਨੋਂ ਹੀ ਇਮੋਸ਼ਨਸ ਨਾਲ ਫੈਮਿਲੀ ਇੱਕ ਹੁੰਦੀ ਹੈ ਜਿਹੜੀ ਕਨੈਕਟਡ ਹੁੰਦੀ ਹੈ ਸਾਡੇ ਨਾਲ। ਤੇ ਆਫ ਕੋਰਸ ਉਹ ਬੜੇ ਖੁਸ਼ ਨੇ ਮੇਰੀ ਖੁਸ਼ੀ ਦੇ ਵਿੱਚ, ਔਰ ਉਹਨਾਂ ਨੂੰ ਬੜੀ ਪ੍ਰਾਊਡ ਫੀਲਿੰਗ ਹੁੰਦੀ ਹੈ ਕਿ ਵਾਹ ਸਾਡੀ ਕੁੜੀ ਗਾ ਵੀ ਰਹੀ ਹੈ। ਬਿਲਕੁਲ, ਕਿਉਂਕਿ ਜ਼ਰੂਰੀ ਵੀ ਹੁੰਦਾ, ਤੁਸੀਂ ਸਪੋਰਟ ਦੀ ਗੱਲ ਕੀਤੀ, ਇਹ ਜ਼ਰੂਰੀ ਵੀ ਬਹੁਤ ਹੁੰਦਾ ਹੈ ਕਿ ਬਹੁਤ ਵਾਰ ਹੁੰਦਾ ਹੈ ਕਿ ਜਦੋਂ ਇੱਕ ਲੜਕੀ ਦਾ ਵਿਆਹ ਹੋ ਜਾਂਦਾ ਤਾਂ ਅਸੀਂ ਬੜੇ ਸੁਪਨੇ ਜਿਹੜੇ ਆ, ਸ਼ਾਇਦ ਬਹੁਤ ਕੁੜੀਆਂ ਨੂੰ ਛੱਡਣੇ ਵੀ ਪੈਂਦੇ ਨੇ ਕਿ ਸਾਡੇ ਇਨ-ਲॉज ਪਤਾ ਨਹੀਂ ਸਾਨੂੰ ਸਪੋਰਟ ਕਰਨਗੇ, ਮੇਰੇ ਵਿੱਚ ਜੋ ਟੈਲੈਂਟ ਹੈ ਉਹ ਕਦੀ ਬਾਹਰ ਵੀ ਆ ਪਾਏਗਾ ਕਿ ਜਾਂ ਫਿਰ ਦੱਬਿਆ ਜਾਏਗਾ। ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਤੁਸੀਂ ਇਹ ਕਿਹਾ ਕਿ ਮੇਰੇ ਹਸਬੈਂਡ ਨੇ ਸਾਥ ਦਿੱਤਾ, ਇਨ-ਲॉज ਨੇ ਸਾਥ ਦਿੱਤਾ, ਹੁਣ ਬੱਚੇ ਜਿਹੜੇ ਨੇ ਉਹ ਤੁਹਾਨੂੰ ਕਹਿ ਰਹੇ ਨੇ ਕਿ ਨਹੀਂ, ਜੋ ਤੁਹਾਡੇ ਵਿੱਚ ਟੈਲੈਂਟ ਹੈ ਉਸ ਨੂੰ ਬਾਹਰ ਲੈ ਕੇ ਆਓ, ਔਰ ਤੁਸੀਂ ਬਖੂਬੀ ਉਹ ਟੈਲੈਂਟ ਨੂੰ ਲੈ ਕੇ ਵੀ ਆਂਦਾ ਬਾਹਰ, ਔਰ ਇੰਨੀ ਵੱਡੀ ਜ਼ਿੰਮੇਵਾਰੀ ਨੂੰ ਵੀ ਨਿਭਾ ਰਹੇ ਹੋ, ਔਰ ਦੁਨੀਆ ਸਾਹਮਣੇ ਆਪਣਾ ਜਿਹੜਾ ਟੈਲੈਂਟ ਉਹ ਵੀ ਦਿਖਾਇਆ। ਮੈਨੂੰ ਇਹੀ ਇੱਛਾ ਹੁੰਦੀ ਹੈ ਬਸ ਕਿ ਸਾਰੀ ਕੁੜੀਆਂ ਜਿਹੜੀ ਹੈ ਸਾਡੀ, ਖਾਸ ਤੌਰ ਸੇ ਇੰਡੀਆ ਦੀ, ਉਹ ਹੁਣ ਬਾਹਰ ਉਹਨਾਂ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲੇ। ਬਿਲਕੁਲ। ਔਰ ਮੈਂ ਪਰਮਾਤਮਾ ਦੇ ਅੱਗੇ ਇਹੀ ਹਮੇਸ਼ਾ ਦੁਆ ਕਰਦੀ ਹਾਂ ਕਿ ਸਾਰੀ ਕੁੜੀਆਂ ਨੂੰ ਇਹੋ ਜਿਹੇ ਇਨ-ਲॉज, ਇਹੋ ਜਿਹੇ ਹਸਬੈਂਡਸ, ਇਹੋ ਜਿਹੇ ਪੇਰੈਂਟਸ ਔਰ ਫੈਮਿਲੀ ਐਟਮੋਸਫੀਅਰ ਇੱਦਾਂ ਦਾ ਮਿਲੇ ਜਿਹਦੇ ਨਾਲ ਕੁੜੀਆਂ ਖੁੱਲ੍ਹ ਕੇ ਔਰ ਆਪਣੇ ਮੈਂ ਕਹਿੰਦੀ ਹਾਂ ਆਪਣੇ ਪੂਰੇ ਪੰਖ, ਪੂਰੇ ਉਡਾਰੀ ਪੂਰੀ ਫੁੱਲ ਭਰ ਸਕਣ। ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਹੋਰ ਅਸੀਂ ਗਾਣੇ ਜਿਹੜੇ ਆ ਤੁਹਾਡੇ ਸੁਣ ਸਕਦੇ ਹਾਂ? ਹਜੇ ਤਾਂ ਕੁਝ ਨਹੀਂ ਪਤਾ, ਮੈਂ ਹਮੇਸ਼ਾ ਕਹਿੰਦੀ ਹਾਂ ਇੱਕ ਸਾਲ 'ਚ ਇੱਕ ਹੀ ਆ ਜਾਏ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਟਾਈਮ ਦਾ ਕਰਕੇ ਨਾ ਸਮਾਂ ਨਹੀਂ ਮਿਲ ਪਾਉਂਦਾ। ਬਹੁਤ ਐਫਰਟ ਲੱਗਦਾ ਹੈ। ਪਹਿਲਾਂ ਮੈਨੂੰ ਇਹ ਲੱਗਦਾ ਸੀਗਾ ਕਿ ਬੜਾ ਸਿੰਪਲ ਜਿਹਾ ਕੰਮ ਹੈ, ਜਾ ਕੇ ਰਿਕਾਰਡ ਕਰੋ ਹੋ ਜਾਂਦਾ ਹੈ। ਫਿਰ ਹੁਣ ਸਮਝ ਆਇਆ ਬਹੁਤ ਟਾਈਮ ਲੱਗਦਾ ਹੈ ਕਿ ਇੱਕ ਇੱਕ ਸੀਨ ਕਿੱਦਾਂ ਬਣਦਾ ਹੈ, ਕੰਪੋਜੀਸ਼ਨ ਸਾਰੀ ਤਿਆਰ ਕਰਨੀ, ਐਗਜ਼ੈਕਟਲੀ ਕੰਪੋਜੀਸ਼ਨ, ਲਿਰਿਕਸ ਲਿਖਣਾ, ਉਹਦੇ ਉੱਤੇ ਪਿਕਚਰਾਈਜੇਸ਼ਨ ਕਰਨਾ, ਉਹਦਾ ਕਨਸੈਪਚੁਅਲਾਈਜ਼ ਕਰਨਾ ਕਿ ਕਿੱਦਾਂ ਉਹਦਾ ਸਟੋਰੀ ਸੀਕੁਐਂਸ ਬਣਨਾ ਹੈ, ਤੇ ਨਾਲ ਉਹਦਾ ਮਿਊਜ਼ਿਕ ਕੰਪੋਜੀਸ਼ਨ, ਡਾਇਰੈਕਸ਼ਨ,
ਤੇ ਬਹੁਤ ਕੁਝ ਜਾਂਦਾ ਹੈ, ਬਹੁਤ ਜਦੋਂ ਮਿਹਨਤ ਦਾ ਜਦੋਂ ਕੰਮ। Song ਜਾਂ ਭਜਨ ਤੁਸੀਂ ਰਿਕਾਰਡ ਕਰਦੇ ਹੋ ਤਾਂ ਇੱਕ ਵਾਰ ਪਹਿਲਾਂ ਤਿਆਰੀ ਕਰਦੇ ਹੋ ਕਿ ਜਾਂ ਫਿਰ ਇੱਕ ਹੁੰਦਾ ਨਾ ਕਿ ਬੰਦੇ ਨੂੰ ਤਜਰਬਾ ਇੰਨਾ ਹੋ ਜਾਂਦਾ ਹੈ ਕਿ ਉਹ ਕਹਿੰਦਾ ਠੀਕ ਆ ਓਕੇ ਇਹ ਲਾਈਨਸ ਨੇ ਠੀਕ ਆ ਮੈਂ ਰਿਕਾਰਡ ਕਰ ਲਵਾਂਗੀ ਮੈਂ ਬਸ ਜਾਂ ਹੁਣ ਫਿਰ ਪਹਿਲਾਂ ਰਿਆਜ਼ ਕਰਦੇ ਹੋ ਥੋੜਾ ਬਹੁਤ? ਥੋੜਾ ਜਿਹਾ ਰਿਆਜ਼ ਕਰਦੀ ਰਹਿੰਦੀ ਹੂੰ, ਜਿਵੇਂ ਸਵੇਰੇ ਉੱਠ ਕੇ ਥੋੜਾ ਜਿਹਾ ਗਾ ਲੈਂਦੀ ਹੂੰ ਜਦੋਂ 5 ਦਿਨ ਪਹਿਲਾਂ 6 ਦਿਨ ਪਹਿਲਾਂ, ਲੇਕਿਨ ਉਨਾ ਹੀ ਹੋ ਪਾਉਂਦਾ ਹੈ। ਲੇਕਿਨ ਉਹਨੂੰ ਹਮ ਕਰਦੀ ਰਹਿੰਦੀ ਹੂੰ ਤਾਂ ਕਿ ਉਹ ਮੇਰੇ ਜ਼ਿਹਨ ਦੇ ਵਿੱਚ ਆ ਜਾਏ, ਕਿਉਂਕਿ ਜਦੋਂ ਤੱਕ ਜ਼ਿਹਨ ਦੇ ਵਿੱਚ ਨਹੀਂ ਆਏਗਾ ਤੇ ਆਤਮਾ ਦੇ ਵਿੱਚ ਨਹੀਂ ਆਉਂਦਾ ਤੇ ਆਵਾਜ਼ ਦੇ ਵਿੱਚ ਫਿਰ ਉਹ ਫੀਲ ਨਹੀਂ ਆਉਂਦੀ। ਬਿਲਕੁਲ। ਤੇ ਵਾਈਬ ਲਾਣ ਲਈ ਮੈਨੂੰ ਲੱਗਦਾ ਹੈ ਜਦੋਂ ਤੁਹਾਡੀ ਆਤਮਾ ਸੁਣਦੀ ਹੈ ਤੇ ਜਿਸ ਚੀਜ਼ ਨੂੰ ਉਹ ਇਨਕੋਰਪੋਰੇਟ ਕਰ ਲੈਂਦੀ ਹੈ, ਫਿਰ ਤੁਸੀਂ ਬਹੁਤ ਵਧੀਆ ਗਾ ਸਕਦੇ ਹੋ। तो फिर मैं जाके खुल के गाती हूँ, और जदों रिकॉर्डिंग करती हूँ फिर मैं ये नहीं सोचती कि मैं रियाज नहीं किया, मैं उस कॉन्फिडेंस नाल करती हूँ कि नहीं पहला भी कीते हुए हैं और मैं कर लूँगी, मतलब बढ़िया हो जाएगा पूरा। हाँ, मैं अपने आप में कॉन्फिडेंस देती हूँ, लेकिन एट द सेम टाइम उन्होंने दसदी रहती हूँ कि प्लीज़ मेरी कमियां पॉइंट आउट करते रहना जिथे जिथे मैं गलती हूँ, क्योंकि वो उस वेले गुरु होए हैं ते उन्होंने मैं कहती हूँ कि तुसी देखना है जी वधिया होना चाहिए, ਜਿਵੇਂ ਮਰਜ਼ੀ ਮੈਨੂੰ ਜਿੰਨੀ ਵਾਰ ਕਹੋਗੇ ਮੈਂ ਉਨੀ ਵਾਰ ਰਿਪੀਟ ਪਰਫਾਰਮੈਂਸ। ਕਿਉਂਕਿ ਤੁਸੀਂ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੀ ਉਹ ਤੁਹਾਨੂੰ ਮਿਲਦੀਆਂ ਰਹੀਆਂ ਨੇ, ਕਈ ਪੋਲੀਟੀਸ਼ੀਅਨਸ ਦੇ ਨਾਲ, ਫਿਰ ਗਵਰਨਰ ਦੇ ਨਾਲ ਵੀ ਤੁਸੀਂ ਕੰਮ ਕਰਨ ਦਾ ਜਿਹੜਾ ਤੁਹਾਨੂੰ ਇੱਕ ਮੌਕਾ ਮਿਲਿਆ। ਕੈਪਟਨ ਅਮਰਿੰਦਰ ਸਿੰਘ ਦਾ ਮੈਂ ਟਵੀਟ ਪੜ੍ਹ ਰਹੀ ਸੀ, ਉਹਨਾਂ ਨੇ ਵੀ ਤੁਹਾਡੀ ਆਵਾਜ਼ ਦੀ ਬਹੁਤ ਤਾਰੀਫ ਕੀਤੀ ਸੀ। ਆਈ ਥਿੰਕ परमात्मा की बख्शिश है जी, जिन्होंने नाल भी काम किया है बहुत प्यार मिला है, बहुत इज्जत मिली, और मैंने भी कोशिश की है कि अपना बेस्ट परफॉर्म करूँ जिन्ना मेरे तो होंदा है। और क्योंकि जो आप काम करते हैं तो सिंसैरिटी एक चीज़ है जो बहुत ज़रूरी है, मैनू लगता है सिंसैरिटी नाल जिहड़ा काम होंदा है वो आई थिंक उसनू कोई उल्ट नहीं कर सकता। तो सारे CMs ने, सारे चीफ मिनिस्टर्स, पॉलिटिशियंस, ब्यूरोक्रेट्स जिन्हां दे नाल भी आई थिंक मैंने काम किया, आई हैव रियली इंजॉयड माई वर्क। एंड छोटी मोटी चलो चीज़ें होंदी रहती हैं, लेकिन ये एक पार्ट ऑफ लाइफ मैं कहती हूँ ਇਹਨੂੰ, क्योंकि ਜਦੋਂ ਤੱਕ ਸਾਡੇ, मैं ये भी कहती हूँ कि ਜਦੋਂ ਤੱਕ ਅੰਧੇਰਾ ਨਹੀਂ ਹੁੰਦਾ ਤਾਂ ਰੋਸ਼ਨੀ ਦੀ ਸਾਨੂੰ ਫਿਰ ਅਸੀਂ ਇੱਜ਼ਤ ਨਹੀਂ ਕਰਦੇ। ਕਦੀ ਉਹਨਾਂ ਨੇ ਫਰਮਾਇਸ਼ ਕੀਤੀ ਹੋਵੇ ਕਿ ਸਾਨੂੰ ਭਜਨ ਸੁਣਾ ਦਿਓ, ਜਾਂ ਫਿਰ ਕੋਈ ਗਾਣੇ ਦੀ ਫਰਮਾਇਸ਼ ਕੀਤੀ ਹੋਵੇ ਕਿ ਸਾਨੂੰ ਗਾਣਾ ਸੁਣਾ ਦਿਓ? ਜਦੋਂ ਆਪਾਂ ਆਫੀਸ਼ੀਅਲ ਵਰਕ ਕਰਦੇ ਹਾਂ ਆਪਾਂ ਸਿਰਫ ਆਫਿਸ ਦੀ ਗੱਲ ਕਰਦੇ ਹਾਂ, ਕਿਉਂਕਿ ਇਹਨੇ ਦੇਖੋ ਸੀਰੀਅਸ ਚੀਜ਼ਾਂ ਹੁੰਦੀਆਂ, ਲੋਕਾਂ ਤੱਕ ਬੈਨੀਫਿਟਸ ਪਹੁੰਚਾਣੇ ਹੈ, ਲੋਕਾਂ ਤੱਕ ਪਾਲਿਸੀਜ਼ ਪਹੁੰਚਾਉਣੀਆਂ, ਤੇ ਆਪਾਂ ਉਸ ਵੇਲੇ ਸਿਰਫ ਇਹੀ ਸੋਚਦੇ ਹਾਂ ਨੌਕਰੀ ਤੇ ਫੋਕਸ ਹੁੰਦਾ ਹੈ। ਐਗਜ਼ੈਕਟਲੀ, ਕਿ ਕਿਸ ਤਰ੍ਹਾਂ ਲੋਕਾਂ ਦਾ ਫਾਇਦਾ ਹੋ ਜਾਏ, ਕਿਉਂਕਿ ਉਹ 8-10 ਘੰਟੇ ਜਿਹੜੇ ਸਾਡੇ ਆਫਿਸ ਦੇ ਹੁੰਦੇ ਆ ਵਰਕਿੰਗ ਆਵਰਸ ਦੇ, ਉਹ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਪੂਰਾ ਫੋਕਸਡ ਤਰੀਕੇ ਨਾਲ ਪੰਜਾਬ ਦੀ ਜਨਤਾ ਦੀ ਕਿਸ ਤਰ੍ਹਾਂ ਸੇ ਬੈਟਰ ਸੇਵਾ ਹੋ ਸਕਦੀ ਹੈ ਇਸ ਤਰੀਕੇ ਨਾਲ ਸੋਚੀਏ, ਕਿਉਂਕਿ ਇਹ ਇੱਕ ਹੌਬੀ ਹੈ। ਬਾਅਦ 'ਚ ਜਾ ਕੇ ਠੀਕ ਹੈ ਆਪਾਂ ਥੋੜ੍ਹਾ ਜਿਹਾ ਇਹਨੂੰ ਆਪਾਂ ਸਟ੍ਰੈਸ ਬਸਟਰ ਤਰੀਕੇ ਨਾਲ ਯੂਜ਼ ਕਰਦੇ ਹਾਂ, ਬਟ ਮੇਨ ਗੱਲ ਜਿਹੜੀ ਪਰਮਾਤਮਾ ਨੇ ਸਾਨੂੰ ਇੱਕ ਕਲਮ ਹੱਥ 'ਚ ਦਿੱਤੀ ਹੈ, ਉਸ ਦੇ ਨਾਲ ਆਪਾਂ ਕਿਸ ਤਰ੍ਹਾਂ ਵਧੀਆ ਪਾਲਿਸੀਜ਼ ਨੂੰ ਬਣਾ ਕੇ ਇੰਪਲੀਮੈਂਟ ਕਰਵਾ ਸਕਦੇ ਹਾਂ ਤਾਂ ਕਿ ਸਾਡੇ ਪੰਜਾਬ ਦਾ ਭਲਾ ਹੋ ਸਕੇ। ਆਈ ਥਿੰਕ ਮੇਰਾ ਮੇਨ ਏਮ ਇਹੀ ਰਹਿੰਦਾ ਹੈ। ਨਹੀਂ, ਬਿਲਕੁਲ ਇਹ ਵਧੀਆ ਸੋਚ ਹੈ ਕਿ ਇੱਕ ਵੱਡੀ ਜਦੋਂ ਜ਼ਿੰਮੇਵਾਰੀ ਮਿਲ ਜਾਂਦੀ ਹੈ ਤਾਂ ਲੋਕਾਂ ਦੇ ਲਈ ਕੰਮ ਕਰਨ ਦਾ ਜਦੋਂ ਮੌਕਾ ਮਿਲਦਾ ਹੈ ਤਾਂ ਹਰ ਇੱਕ ਅਧਿਕਾਰੀ ਇਹ ਸੋਚਦਾ ਹੀ ਹੈ ਕਿ ਅਸੀਂ ਲੋਕਾਂ ਤੱਕ, ਜਿਵੇਂ ਤੁਸੀਂ ਪਾਲਿਸੀ ਦੀ ਗੱਲ ਕੀਤੀ, ਕਿ ਪਾਲਿਸੀ ਪਹੁੰਚਾਈਏ ਜਾਂ ਲੋਕਾਂ ਦੀ ਸੇਵਾ ਕਰਨ ਦਾ ਵੱਧ ਤੋਂ ਵੱਧ ਮੌਕਾ ਮਿਲੇ। ਮੈਂ ਇੱਥੇ ਇੱਕ ਹੋਰ ਸਵਾਲ ਜਾਣਨਾ ਚਾਹਾਂਗੀ, 1997 ਦੇ ਬੈਚ ਦੇ ਤੁਸੀਂ ਅਧਿਕਾਰੀ, ਉਦੋਂ ਤੁਸੀਂ ਐਗਜ਼ਾਮ ਜਿਹੜਾ ਸੀ ਕਰੈਕ ਕੀਤਾ। ਹੁਣ ਜਿਹੜੇ ਬੱਚੇ ਐਗਜ਼ਾਮਸ ਦੀ ਤਿਆਰੀ ਕਰਦੇ ਨੇ, ਉਦੋਂ ਇੱਦਾਂ ਦੀਆਂ ਹੀ ਚੁਣੌਤੀਆਂ ਜਿਹੜੀਆਂ ਸੀ ਉਹ ਤੁਹਾਨੂੰ ਵੀ ਫੇਸ ਕਰਨੀਆਂ ਪਈਆਂ ਜਿਹੜੀਆਂ ਅੱਜ ਕੱਲ੍ਹ ਬੱਚੇ ਜਿਹੜੇ ਨੇ ਉਹਨਾਂ ਨੂੰ ਬੜੀਆਂ ਚੁਣੌਤੀਆਂ ਫੇਸ ਕਰਨੀਆਂ ਪੈਂਦੀਆਂ, ਜਾਂ ਫਿਰ ਉਹ ਬੜਾ ਸਟ੍ਰੈਸ ਲੈ ਕੇ ਸਟੱਡੀ ਕਰਦੇ ਨੇ? आई थिंक हर टाइम की अपनी चुनौतियां सेम ही होंदी हैं, और ਜਿਹੜਾ ਸਮਾਂ ਹੁੰਦਾ ਹੈ ਉਸ ਵੇਲੇ ਉਹੀ ਚੁਣੌਤੀਆਂ ਸਭ ਨੂੰ ਔਖੀ ਲੱਗਦੀਆਂ। ਬਿਲਕੁਲ। ਬਟ ਅੱਜ ਕੱਲ੍ਹ ਦੀ ਜਨਰੇਸ਼ਨ ਔਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਥੋੜ੍ਹਾ ਜਿਹਾ ਹੋਰ ਔਖਾ ਹੋ ਗਿਆ, ਕਿਉਂਕਿ ਇੰਨਾ ਜੋ ਇਨਫੋਰਮੇਸ਼ਨ ਆਊਟਪੋਰਿੰਗ ਹੋ ਗਈ ਹੈ, ਜਿਹੜੀ ਇਨਫੋਰਮੇਸ਼ਨ ਪੂਰੀ ਓਵਰਲੋਡ ਹੈ ਰਾਦਰ, ਬੱਚਿਆਂ ਨੂੰ ਇਹ ਨਹੀਂ ਸਮਝ ਆ ਰਿਹਾ ਕਿਹੜੀ ਚੀਜ਼ ਨਹੀਂ ਕਰਨੀ, ਕਿਹੜੀ ਚੀਜ਼ ਕਰਨੀ। ਬਿਲਕੁਲ। ਔਰ ਖਾਸ ਤੌਰ 'ਤੇ ਪੜ੍ਹਾਈ ਦੇ ਵਿੱਚ, ਜਿਵੇਂ ਸਾਡੇ ਟਾਈਮ 'ਚ ਹੁੰਦਾ ਸੀਗਾ ਕਿ ਜਿਹੜੀ ਐਕਸਟਰਾ ਜਿਹੜੀ ਕਿਤਾਬ ਸਾਨੂੰ ਮਿਲ ਜਾਏ ਤੇ ਸਾਡੇ ਜ਼ਿਆਦਾ ਨੰਬਰ ਆ ਜਾਂਦੇ ਸੀਗੇ। ਅੱਜ ਕੱਲ੍ਹ ਮੈਨੂੰ ਲੱਗਦਾ ਦੂਜੇ ਪਾਸੇ ਕਿ ਕਿਹੜਾ ਛੱਡਣਾ ਹੈ ਉਹ ਸਭ ਤੋਂ ਇੰਪੋਰਟੈਂਟ। ਬਿਲਕੁਲ, ਕਿਹੜਾ ਪੜ੍ਹਨਾ ਉਹ ਵੀ ਨਹੀਂ, ਬੱਚੇ ਕਈ ਵਾਰ ਉਹਨਾਂ ਨੂੰ ਜਾਂ ਫਿਰ ਗਾਈਡ ਹੀ ਨਹੀਂ ਕੋਈ ਵਧੀਆ ਕਰ ਪਾਉਂਦਾ ਕਿ ਕੀ ਪੜ੍ਹਨਾ ਹੈ ਕੀ ਨਹੀਂ ਪੜ੍ਹਨਾ, ਉਹ ਸਾਰਾ ਪੜ੍ਹਦੇ ਰਹਿੰਦੇ। ਇੰਨਾ ਵੱਡਾ ਸਮੁੰਦਰ ਬਣ ਗਿਆ ਕਿ ਉਹਦੇ ਵਿੱਚ ਨਾ ਗੋਤੇ ਖਾਂਦੇ ਰਹਿੰਦੇ ਵਿਚਾਰੇ, ਔਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਜਾਈਏ, ਕਿਹਦੀ ਸੁਣੀਏ, ਕਿਹਦੀ ਨਹੀਂ ਸੁਣੀਏ। ਉਹ ਬਹੁਤ ਵੱਡਾ ਚੈਲੰਜ ਹੈ। ਜਿਵੇਂ ਫਾਸਟ ਜਨਰੇਸ਼ਨ ਹੈ, T20 ਮੈਚ ਚਾਹੀਦੇ, ਇੰਸਟਾਗ੍ਰਾਮ ਦੀ ਰੀਲਸ ਚਾਹੀਦੀਆਂ, ਤੇ ਮੈਗੀ ਨੂਡਲਸ ਚਾਹੀਦੇ, ਤੇ ਉਹ ਜਿਹੜੇ, ਲੇਕਿਨ ਪੇਸ਼ੈਂਸ ਇੱਕ ਜਿਹੜੀ ਵਰਚੂ ਹੈ, ਉਹ ਵਿਚਾਰੇ ਦੀ ਗਲਤੀ ਨਹੀਂ ਹੈ, ਕਿਉਂਕਿ ਮੇਰੇ ਵੀ ਆਪਣੇ ਬੱਚੇ ਹੁਣ ਵੱਡੇ, ਮੈਂ ਦੇਖਦੀ ਹੂੰ ਇਹਨਾਂ ਦੀ ਗਲਤੀ ਨਹੀਂ ਹੈ, ਕਿਉਂਕਿ ਟਾਈਮ ਇੰਨਾ ਘੱਟ ਹੈ,
ਸਾਰਿਆਂ ਦੇ ਕੋਲ दैट की कुछ करें बेचारे, वो पढ़ें, वो अपनी हॉबीज़ देखन, वो और कंपटीशन इतना हाई है हर चीज़ ਦੇ ਵਿੱਚ ਪੂਰਾ ਕੰਪੀਟੀਟਿਵ ਹੈ ਤੇ ਬੱਚੇ ਮੈਨੂੰ ਲੱਗਦਾ ਬਹੁਤ ਵਿਚਾਰੇ ਪਰੇਸ਼ਾਨ ਵੀ ਨੇ ਐਂਡ ਆਈ ਹੋਪ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਹੌਬੀਜ਼ ਨੂੰ ਜੀਣ ਤਾਂ ਕਿ ਉਹਨਾਂ ਨੂੰ ਵੀ ਥੋੜਾ ਸਾ ਸ਼ਾਂਤੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵੀ ਮਿਲ ਪਾਏ। ਬਿਲਕੁਲ ਮੈਮ, ਬਰਡਨ ਬੜਾ ਕੰਮ ਦਾ ਅੱਜ ਕੱਲ੍ਹ ਹੁੰਦਾ ਹੈ ਔਰ ਤੁਸੀਂ ਜਿਸ ਜ਼ਿੰਮੇਵਾਰੀ ਤੇ ਜਿਸ ਅਹੁਦੇ ਦੇ ਉੱਪਰ ਬੈਠੇ ਹੋ ਇਸ 'ਤੇ ਸਟ੍ਰੈਸ ਵੀ ਹੁੰਦਾ ਹੈ, ਬਰਡਨ ਵੀ ਹੁੰਦਾ ਹੈ, ਆਪਣੇ ਆਪ ਨੂੰ ਪੋਜ਼ੀਟਿਵ ਕਿਵੇਂ ਰੱਖਦੇ ਹੋ? आई थिंक मैं कई बारी ਜਦੋਂ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਨਹੀਂ ਠੀਕ ਚੱਲ ਰਹੀਆਂ, ਮੈਨੂੰ ਇਹ ਲੱਗਦਾ ਹੈ ਕਿ ਮੈਂ ਉਹਨਾਂ ਨੂੰ ਟਾਈਮਸ ਨੂੰ ਯਾਦ ਕਰਦੀ ਹਾਂ ਜਦੋਂ ਚੀਜ਼ਾਂ ਬਹੁਤ ਵਧੀਆ ਸੀ ਔਰ ਮੈਨੂੰ ਲੱਗਦਾ ਹੈ ਜਿਵੇਂ ਘੜੀ ਦੀ ਸੂਈ ਹੁੰਦੀ ਹੈ ਉਹ ਕਦੀ ਉੱਤੇ ਤੇ ਕਦੀ ਥੱਲੇ, ਜਿਹੜੀ ਉੱਤੇ ਰਹਿੰਦੀ ਹੈ ਉਹ ਕਦੀ ਥੱਲੇ ਵੀ ਆਉਂਦੀ ਹੈ, ਜਿਹੜੀ ਥੱਲੇ ਹੁੰਦੀ ਹੈ ਉਹ ਕਦੀ ਉੱਤੇ ਵੀ ਜਾਂਦੀ ਹੈ ਤੇ ਮੈਂ ਆਪਣੇ ਆਪ ਨੂੰ ਇਹੀ ਹਮੇਸ਼ਾ ਕਹਿੰਦੀ ਹਾਂ ਕਿ ਇਹ ਸੂਈਆਂ ਹੈ ਔਰ ਇਹ ਸਮੇਂ ਦਾ ਚੱਕਰ ਹੈ ਤੇ ਉੱਤੇ ਥੱਲੇ ਹੁੰਦਾ ਰਹੂਗਾ, ਲੇਕਿਨ ਆਪਣੇ ਆਪ ਨੂੰ ਇੱਕ ਆਪਣਾ ਬੈਲੈਂਸ ਔਰ ਆਪਣਾ ਸਮਨਵੈ ਉਹ ਦੋਨੋਂ ਚੀਜ਼ਾਂ ਬਣਾ ਕੇ ਰੱਖਣੀ ਚਾਹੀਦੀਆਂ ਕਿਉਂਕਿ ਜੇਕਰ ਆਪਾਂ ਜ਼ਿਆਦਾ ਦੁਖੀ ਹੋ ਜਾਣ ਦੁਖੀ ਸਿਚੁਏਸ਼ਨ ਦੇ ਵਿੱਚ ਫਿਰ ਆਪਾਂ ਵਾਪਸ ਠੀਕ ਨਹੀਂ ਹੋ ਪਾਉਂਦੇ। ਜੇ ਆਪਾਂ ਖੁਸ਼ੀ ਦੇ ਸਿਚੁਏਸ਼ਨ ਦੇ ਵਿੱਚ ਬਾੜੇ ਵੀ ਖੁਸ਼ੀ ਹੋ ਜਾਏ ਫਿਰ ਵੀ ਆਪਣੇ ਆਪ ਨੂੰ ਭੁੱਲ ਜਾਂਦੇ ਕਿ ਸਾਡੇ ਧਰਤੀ ਤੇ ਆਪਣੇ ਪੈਰ ਨਹੀਂ ਜਿਵੇਂ ਕਹਿੰਦੇ ਉਹ ਰਹਿੰਦੇ ਤੇ ਇਸ ਕਰਕੇ ਦੋਨੋਂ ਸਿਚੁਏਸ਼ਨਸ ਦੇ ਵਿੱਚ ਆਪਣੇ ਆਪ ਨੂੰ ਬੈਲੈਂਸ ਇੱਕ ਮੇਨਟੇਨ ਰੱਖਣਾ ਚਾਹੀਦਾ ਔਰ ਬੈਲੈਂਸ ਨਾਲ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ। ਬਿਲਕੁਲ, ਕੋਈ ਐਸੀ ਯਾਦ ਜਿਹੜੀ ਤੁਸੀਂ ਕਦੇ ਨਹੀਂ ਭੁੱਲ ਸਕਦੇ, ਕੁਝ ਐਸਾ ਤੁਹਾਡੇ ਨਾਲ ਹੋਇਆ ਹੋਵੇ ਕਿ ਜਿਹੜਾ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹਿੰਦਾ ਹੈ ਜਾਂ ਤੁਸੀਂ ਉਸ ਨੂੰ ਭੁੱਲ ਨਹੀਂ ਸਕਦੇ? ਜਿਵੇਂ ਮੈਂ ਦੱਸਿਆ ਕਿ ਜਦੋਂ ਮੇਰਾ ਭਜਨ ਪਹਿਲੀ ਵਾਰੀ ਆਇਆ ਸੀ ਤੋ ਗੁਰਦਾਸ ਮਾਨ ਸਾਹਿਬ ਨੇ ਆਪਣੇ ਆਪ ਉਸ ਦੇ ਉੱਤੇ ਕੁਝ ਟਵੀਟ ਕੀਤਾ ਸੀਗਾ ਤੇ ਬੜੀ ਖੁਸ਼ੀ ਹੋਈ ਉਦੋਂ ਕਿਉਂਕਿ ਬਚਪਨ ਤੋਂ ਉਹਨਾਂ ਨੂੰ ਸੁਣਦੇ ਆਏ ਸੀਗੇ ਔਰ ਉਹਨਾਂ ਨੇ ਆਪਣੇ ਪਹਿਲੇ ਭਜਨ ਤੇ ਟਵੀਟ ਕੀਤਾ। ਆਫ ਕੋਰਸ ਇਟਸ ਅ ਵੰਡਰਫੁਲ ਫੀਲਿੰਗ। ਦੂਜੀ ਵਾਰੀ ਜਦੋਂ ਮੈਨੂੰ ਇਹ ਸੀਗਾ ਕਿ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ ਦਾ ਜਦੋਂ ਚਾਰਜ ਮਿਲਿਆ ਮੈਨੂੰ ਲੱਗਾ ਕਿ ਪੰਜਾਬ ਨੂੰ ਹੁਣ ਸੁਧਾਰ ਟੂਰਿਜ਼ਮ ਦੇ ਨਕਸ਼ੇ 'ਤੇ ਲੈ ਕੇ ਆਉਣਾ ਮੇਰੇ ਲਈ ਬੜਾ ਇੰਪੋਰਟੈਂਟ ਸੀਗਾ। ਮੈਨੂੰ ਬੜਾ ਖੁਸ਼ੀ ਹੋਈ ਉਸ ਕੰਮ ਕਰਦੇ ਤਾਂ ਆਈ ਰੀਲੀ ਇੰਜੋਇਡ ਦੈਟ ਆਲਸੋ। ਤਾਂ ਕਈ ਮੂਮੈਂਟਸ ਰਹੇ ਜਿਨ੍ਹਾਂ ਦੇ ਵਿੱਚ ਬਹੁਤ ਖੁਸ਼ੀ ਹੋਈ ਹੈ ਔਰ ਇੱਕ ਮੂਵੀ ਸੀਗੀ 3 ਇਡੀਅਟਸ, ਉਹ ਮੈਨੂੰ ਬੜੀ ਇੰਸਪਾਇਰ ਹਮੇਸ਼ਾ ਕਰਦੀ ਹੈ ਕਿ ਉਸ ਦੇ ਨਾਲ ਇੱਕ ਇਹ ਸਿੱਖ ਮਿਲ ਗਈ ਕਿ ਹਰ ਆਦਮੀ ਹਰ ਕੰਮ ਲਈ ਨਹੀਂ ਬਣਿਆ ਹੈ। ਬਿਲਕੁਲ, ਤੇ ਹਰ ਆਦਮੀ ਦਾ ਇੱਕ ਉੱਪਰ ਵਾਲੇ ਨੇ ਸ਼ਾਇਦ ਇੱਕ ਰੋਲ ਬਣਾ ਕੇ ਭੇਜਿਆ ਹੋਇਆ ਤੇ ਉਹ ਹੌਲੀ ਹੌਲੀ ਸਾਨੂੰ ਪਤਾ ਲੱਗ ਜਾਂਦਾ ਅਸੀਂ ਕਿਸ ਕੰਮ ਲਈ ਪਰਖਣ ਦੀ ਲੋੜ ਹੁੰਦੀ ਹੈ, ਉੱਤੇ ਕੰਮ ਕਰਨ ਦੀ ਪਤਾ ਲਗਾਉਣ ਦੀ ਬੜੀ ਜ਼ਰੂਰਤ ਹੁੰਦੀ ਹੈ ਕਿ ਅਸੀਂ ਕਿਹੜੀ ਚੀਜ਼ ਦੇ ਵਿੱਚ ਪਰਫੈਕਟ ਹੋ ਸਕਦੇ ਜਾਂ ਫਿਰ ਰੱਬ ਨੇ ਸਾਨੂੰ ਕਿਉਂ ਬਣਾਇਆ। ਇਸ ਕਰਕੇ ਮੈਨੂੰ ਲੱਗਦਾ ਮੈਂ ਆਮਿਰ ਖਾਨ ਦਾ ਬੜਾ ਥੈਂਕਸ ਕਰਦੀ ਹਾਂ ਕਿ ਇਹ ਮੂਵੀ ਉਹਨਾਂ ਨੇ ਬਣਾਈ, ਇਹਦੇ ਨਾਲ ਬਹੁਤ ਸਾਰੀ ਪੈਰੈਂਟਿੰਗ ਟੈਕਨੀਕਸ ਸਭ ਨੂੰ ਆ ਗਈ ਔਰ ਸਭ ਨੂੰ ਇੱਕ ਜ਼ਿੰਦਗੀ ਦੇ ਵਿੱਚ ਇੱਕ ਪਤਾ ਲੱਗਿਆ ਕਿ ਟਾਈਮਸ ਹੈਵ ਚੇਂਜਡ ਐਂਡ ਵੀ ਆਲਸੋ ਹੈਵ ਟੂ ਚੇਂਜ ਆਵਰਸੈਲਵਸ। ਅਸੀਂ ਆਪਣੇ ਬੱਚਿਆਂ ਨੂੰ ਨਹੀਂ ਆਪਣੇ ਆਪ ਨੂੰ ਵੀ ਚੇਂਜ ਕਰੀਏ। ਤੇਰਾ ਚਿਹਰਾ कितना सुहाना लगता है, तेरे आगे चांद पुराना लगता है, तेरा चेहरा कितना सुहाना लगता है। ਵਾਓ, ਬਹੁਤ ਵਧੀਆ ਮੈਮ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਸਾਡੇ ਦਰਸ਼ਕਾਂ ਤੱਕ ਤੁਹਾਡੀ ਜਿਹੜੀ ਆਵਾਜ਼ ਉਹ ਪਹੁੰਚੀ, ਸੁਰੀਲੀ ਆਵਾਜ਼, ਕਿਉਂਕਿ ਬਹੁਤ ਸਾਰੇ ਤੁਹਾਡੇ ਫੈਨਸ ਨੇ ਔਰ ਤੁਹਾਡੇ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਆ। ਉਮੀਦ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹੋਰ ਭਜਨ ਹੋਰ ਗਾਣੇ ਵੀ ਆਉਣ ਔਰ ਤੁਹਾਡੇ ਫੈਨਸ ਜਿਹੜੇ ਨੇ ਇਸੇ ਤਰ੍ਹਾਂ ਤੁਹਾਨੂੰ ਪਿਆਰ ਦਿੰਦੇ ਰਹਿਣ। ਥੈਂਕ ਯੂ ਵੈਰੀ ਮਚ ਔਰ ਮੈਂ ਉਮੀਦ ਕਰਦੀ ਹਾਂ ਕਿ ਬਹੁਤ ਸਾਰੇ ਲੋਕੀ ਇਸ ਨੂੰ ਸੁਣਨਗੇ, ਇੰਜੋਏ ਕਰਨਗੇ ਬਿਲਕੁਲ ਔਰ ਇਸ ਦੇ ਉੱਤੇ ਥਿਰਕਣਗੇ ਔਰ ਬਹੁਤ ਸਾਰੀ ਕੁੜੀਆਂ ਖਾਸ ਤੌਰ ਸੇ ਉਹਨਾਂ ਨੂੰ ਫੈਸਟੀਵਲਸ ਦੇ ਵਿੱਚ ਇੱਕ ਵਧੀਆ ਗੀਤ ਚਾਹੀਦਾ ਹੁੰਦਾ ਹੈ ਤਾਂ ਇਸ ਨੂੰ ਯੂਜ਼ ਵੀ ਕਰਨਗੇ ਉਹਦੇ ਲਈ। ਬਿਲਕੁਲ ਬਿਲकुल। ਥੈਂਕ ਯੂ ਵੈਰੀ ਮਚ। ਤਾਂ ਇਹ ਸਾਡੇ ਨਾਲ IAS ਅਧਿਕਾਰੀ ਸੀ ਰਾਖੀ ਗੁਪਤਾ ਜੀ, ਜਿਹੜੇ ਕਿ ਆਪਣੇ ਪ੍ਰਸ਼ਾਸਨਿਕ ਕੰਮਾਂ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਵੀ ਪੂਰਾ ਕਰ ਰਹੇ ਨੇ ਔਰ ਆਪਣੀ ਸੁਰੀਲੀ ਆਵਾਜ਼ ਦੇ ਨਾਲ ਲੋਕਾਂ ਨੂੰ ਐਂਟਰਟੇਨ ਵੀ ਕਰ ਰਹੇ ਨੇ। ਹਾਲ ਹੀ ਵਿੱਚ ਇਹਨਾਂ ਦਾ ਜਿਹੜਾ ਸੌਂਗ ਵੀ ਆਇਆ ਬਿੱਖਾਂ ਦੇ ਓਲੇ, ਉਹ ਵੀ ਜਾ ਕੇ ਜ਼ਰੂਰ ਸੁਣਨਾ ਔਰ ਵਾਧੂ ਸਾਰਾ ਪਿਆਰ ਵੀ ਉਸ ਗਾਣੇ ਨੂੰ ਦੇਣਾ। ਧੰਨਵਾਦ।